जी अस्सलाम वालेकुम। मैं नज़र अब्बास लंदन तो सर गुजारिश ये है कि दो तीन गल्लों की गल करना चाहना है। एक तो एक वीलॉग किया आफ्ताब इकबाल साहब ने सदीक जान दे नाल। ਉਹਦੇ 'ਚ ਇੱਕ ਛੋਟੀ ਜੀ ਚੀਜ਼ ਹੋਈ ਜਿਹਨੇ ਮੈਨੂੰ ਥੋੜਾ ਅਪਸੈਟ ਕਹਿ ਲਓ ਕੀਤਾ। ਇੱਕ ਸ਼ਹਬਾਜ਼ ਗਿੱਲ ਸਾਹਿਬ ਨੇ ਉਹਨਾਂ ਦੇ ਬਾਰੇ 'ਚ ਗੱਲ ਕਰਨਾ ਚਾਹ ਰਿਹਾ। ਦੂਸਰਾ ਆਦਿਲ ਬਾਜ਼ਈ ਦੇ ਬਾਰੇ 'ਚ ਗੱਲ ਕਰਨਾ ਚਾਹ ਰਿਹਾ ਜਿਨ੍ਹਾਂ ਨੇ ਟ੍ਰੇਨ ਦੇ ਬੰਦੇ ਅਗਵਾ ਕਰ ਲਏ। ਤੇ ਸ਼ੁਰੂ ਕਰਦੇ ਹਾਂ ਜੀ ਆਫਤਾਬ ਇਕਬਾਲ ਸਾਹਿਬ ਤੋਂ। ਸਰ ਆਫਤਾਬ ਇਕਬਾਲ ਸਾਹਿਬ ਤੇ ਸਦੀਕ ਜਾਨ ਦਾ ਇੱਕ ਵੀਲੌਗ ਸੀ, ਉਹਦੇ 'ਚ ਉਹਨਾਂ ਨੇ ਕੋਈ ਗੱਲਬਾਤ ਕੀਤੀ ਔਰ ਸਦੀਕ ਜਾਨ ਦਾ ਇੰਟਰਵਿਊ ਲਿਆ। ਬੜਾ ਖੂਬਸੂਰਤ ਵੀਲੌਗ ਦੇਖਣ ਵਾਲਾ, ਤੁਸੀਂ ਦੇਖਿਆ ਜੇ। ਆਫਤਾਬ ਇਕਬਾਲ ਦਾ ਕੰਬੀਨੇਸ਼ਨ ਇੱਕ ਯੰਗਸਟਰ ਦੇ ਨਾਲ ਇਟਸ ਅਮੇਜ਼ਿੰਗ, ਬਹੁਤ ਵਧੀਆ। ਲੇਕਿਨ ਜਿਹੜੀ ਗੱਲ ਜਿਹੜੀ ਉਹਦੇ 'ਚ ਮੈਂ ਸੁਣੀ ਉਹ ਇਹ ਸੀ ਕਿ ਇਮਰਾਨ ਖਾਨ ਦੇ ਨਾਲ ਅਗਰ ਉਹਦੇ ਪਾਰਟੀ ਦੇ ਵਿੱਚ ਜਾਂ ਉਹਦੇ ਨਾਇਬ ਕਹਿ ਲਓ ਉਹਦੇ ਬੱਚੇ ਹੁੰਦੇ, ਜਿਵੇਂ ਕਿ ਸਾਡੀ ਇੱਕ ਰਵਾਇਤ ਆ ਪਾਕਿਸਤਾਨ ਦੀ ਕਿ ਬੱਚਾ ਫਿਰ ਉਹਦਾ ਪਿਓ, ਫਿਰ ਬੱਚਾ, ਫਿਰ ਬੱਚੇ ਦਾ ਬੱਚਾ, ਤੇ ਫਿਰ ਅੱਗੋਂ ਬੱਚੇ ਦਾ ਬੱਚਾ, ਮਤਲਬ ਖਾਨਦਾਨੀ ਸਿਆਸਤ ਅਗਰ ਹੁੰਦੀ ਤੇ ਸ਼ਾਇਦ ਇਮਰਾਨ ਖਾਨ ਨੂੰ ਬਾਹਰ ਲਿਆਇਆ ਜਾ ਸਕਦਾ ਸੀ। ਤੇ ਕਿਉਂਕਿ ਖਾਨਦਾਨੀ ਸਿਆਸਤ ਨਹੀਂ ਹੈ ਤੇ ਇਸ ਵਾਸਤੇ ਕੋਈ ਲੋਕਾਂ ਨੂੰ ਸ਼ਾਇਦ ਹਮਦਰਦੀ ਨਹੀਂ ਹੈ। ਮੈਨੂੰ ਇਹ ਚੀਜ਼ ਜਿਹੜੀ ਨਾ ਬੜੀ ਮੈਨੂੰ ਲੱਗੀ, ਮੇਰੇ ਦਿਲ ਤੇ ਵੱਜੀ ਹੈ ਕਿ ਅਸੀਂ ਕਿਸ ਕਿਸਮ ਦੀ ਕੌਮ ਆ। ਅਗਰ ਇਹੀ ਗੱਲ ਆ, ਅਗਰ ਇਹੀ ਹੈ ਕਿ ਇਮਰਾਨ ਖਾਨ ਦੀ ਔਲਾਦ ਦੇ ਉਹਦੇ ਕੋਈ ਨਹੀਂ ਭੈਣਾਂ ਆ ਜਾਣ ਗਏ ਤੇ ਫਿਰ ਉਹ ਕੋਈ ਹਿਸਾਬ ਬਣੇਗਾ। ਭੈਣਾਂ ਜੋ ਹੋ ਸਕਦੀਆਂ ਕਰਦੀਆਂ। ਦੇਖੋ, ਇਸ ਖਾਸ ਤੌਰ ਤੇ ਪੰਜਾਬੀਆਂ ਵਾਸਤੇ ਮੇਰੇ ਲਫ਼ਜ਼ ਨੇ ਕਿ ਇਸ ਸ਼ਖਸ ਨੇ ਕੋਈ ਭੱਜਿਆ ਹੋਵੇ ਨਾ, ਕੋਈ ਬੰਦਾ ਭੱਜ ਗਿਆ, ਜੇ ਮੇਰਾ ਲੀਡਰ ਭੱਜ ਗਿਆ ਤੇ ਮੈਨੂੰ ਵੀ ਤਕਲੀਫ ਹੈ, ਚਲੋ ਕੋਈ ਗੱਲ ਨਹੀਂ ਜੀ, ਮੈਂ ਬੜੀ ਕੁਰਬਾਨੀ ਦਿੱਤੀ, ਠੀਕ ਹੋ ਗਿਆ ਜੀ, ਤੁਸੀਂ ਕੁਰਬਾਨੀ ਦਿੱਤੀ, ਲੀਡਰ ਤੋਂ ਨਿਕਲ ਗਿਆ ਕਿਸੇ ਪਾਸੇ, ਅਮਰੀਕਾ ਚਲਾ ਗਿਆ, ਫਰਾਂਸ ਚਲਾ ਗਿਆ, ਜਰਮਨੀ ਚਲਾ ਗਿਆ, ਜਿੱਥੇ ਵੀ ਚਲਾ ਗਿਆ, ਤੁਹਾਡਾ ਕੁਛ ਕਹਿਣਾ ਬਣਦਾ। ਲੇਕਿਨ ਇੱਥੇ ਤੁਹਾਡਾ ਬਣਦਾ ਨਹੀਂ ਕਹਿਣਾ। ਇੱਥੇ ਉਹ ਅੰਦਰ ਬੈਠਾ, ਉਹ ਛੱਡ ਕੇ ਨਹੀਂ ਜਾ ਰਿਹਾ, ਉਹ ਕੌਮ ਨੂੰ ਛੱਡ ਕੇ ਨਹੀਂ ਜਾ ਰਿਹਾ, ਉਹ ਆਪਣੇ ਮੁਲਕ ਨੂੰ ਛੱਡ ਕੇ ਨਹੀਂ ਜਾ ਰਿਹਾ। ਉਹਦੇ ਵਾਸਤੇ ਔਰ ਪਹਿਲੇ ਵੀ ਗੱਲਾਂ ਹੁੰਦੀਆਂ ਪਈਆਂ ਹਨ ਕਿ ਜੀ ਜਿਹੜਾ ਨਾ ਉਹਨਾਂ ਦੀ ਭੈਣਾਂ ਨੂੰ ਅੱਗੇ ਆ ਜਾਣਾ ਚਾਹੀਦਾ ਤੇ ਆ ਕੇ ਪਾਰਟੀ ਸੰਭਾਲਣੀ ਚਾਹੀਦੀ, ਕਿਆ ਸੰਭਾਲਣੀ ਚਾਹੀਦੀ, ਕਿਉਂਕਿ ਸਾਡੇ ਬੰਦੇ ਕਿਸੇ ਕੰਮ ਦੇ ਨਹੀਂ। ਕਿਉਂ ਕਿਸੇ ਕੰਮ ਦੇ ਨਹੀਂ? ਕਿਉਂ ਤੁਸੀਂ ਮਹਿਸੂਸ ਨਹੀਂ? ਤੁਹਾਡਾ ਬੱਚਾ ਰਾਤ ਨੂੰ ਬਿਮਾਰ ਹੋ ਜਾਏ, ਉਹਨੂੰ ਕੁੱਛੜ ਚੁੱਕ ਕੇ ਭੱਜੀ ਫਿਰਦੇ ਹਸਪਤਾਲਾਂ ਵੱਲ। ਮਾਂ ਬਿਮਾਰ ਹੋ ਜਾਏ, ਸਰਾਣੇ ਨੂੰ ਉੱਠਦੇ। ਪਿਓ ਬਿਮਾਰ ਹੋ ਜਾਏ, ਪੈਰੀ ਬੈਠੇ ਰਹਿੰਦੇ ਹੋ। ਇਹ ਅੰਦਰ ਹੈ। ਇਹਦਾ ਦਰਦ ਕਿਸੇ ਨੇ ਨਹੀਂ ਲੈਣਾ, ਇਹਦਾ ਅਸੀਂ ਨਹੀਂ ਲੈਣਾ। ਕਿ ਅਸੀਂ ਵਾਕਿਆਤਨ ਇਮਰਾਨ ਖਾਨ ਨੂੰ ਆਪਣਾ ਸਮਝ ਰਹੇ ਹਾਂ ਜਾਂ ਇਮਰਾਨ ਖਾਨ ਵਾਸਤੇ ਉਹੀ ਕੁਝ ਕਰਨ ਨੂੰ ਤਿਆਰ ਆ ਜੋ ਸਾਡੇ ਵਾਸਤੇ ਕਰ ਰਿਹਾ? ਸਾਡੇ ਵਾਸਤੇ ਅੰਦਰ ਬੈਠਾ। ਇੱਕ ਸਕਿੰਟ ਦਾ ਕੰਮ ਇੰਜ ਕਰਕੇ ਬੰਦਾ ਬਾਹਰ ਜਾਂਦਾ ਜੇ, ਇੰਗਲੈਂਡ, ਫਰਾਂਸ, ਜਰਮਨੀ, ਜਿੱਥੇ ਉਹਨੂੰ ਕਹੋ, ਕਹਿੰਦੇ ਭਾਈ ਜਾ, ਜਾਨ ਛੱਡ ਸਾਡੀ, ਨਿਕਲ ਤੂੰ ਇੱਥੋਂ, ਸਾਡੇ ਵਰਗਾ ਬੰਦਾ ਬਣ। ਤੂੰ ਕਿਸ ਚੱਕਰ 'ਚ ਪੈ ਗਿਆ, ਕਿਸ ਕੌਮ ਦੇ ਮਗਰ ਲੱਗ ਗਿਆ? ਮੇਰਾ ਸਵਾਲ ਖਾਸ ਤੌਰ ਤੇ ਪੰਜਾਬੀਆਂ ਨੂੰ ਹੈ, ਸਿੰਧੀਆਂ ਨੂੰ ਹੈ। ਮੈਨੂੰ ਜਿਹੜੇ ਕਸ਼ਮੀਰੀ ਉਹਨਾਂ ਨੂੰ ਵੀ ਹੈ, ਆਪਣੀ ਬੱਤੀ ਤੁਸੀਂ ਸਿੱਧੀ ਕਰਾ ਲਈ ਹੈ ਸਾਰੇ ਰਲ ਰੁਲ ਕੇ ਕਿ ਜੀ ਹਮੇ ਉਹ ਅਖਤਿਆਰਾਤ ਨਹੀਂ ਮਿਲ ਰਹੇ, ਸਾਨੂੰ ਬਿਜਲੀ ਸਸਤੀ ਕਰ ਦਿਓ, ਸਾਨੂੰ ਆਟਾ ਸਸਤਾ ਕਰ ਦਿਓ, ਉਹ ਤੁਸੀਂ ਕਰਾ ਰਿਹਾ। ਇੱਥੇ ਤੁਹਾਨੂੰ ਮੌਤ ਪੈਂਦੀ ਹੈ ਖਾਨ ਸਾਹਿਬ ਵਾਰੀ। ਇਹ KPKL ਨਿਕਲ ਸਾਰੇ ਰਸਤੇ ਬਲਾਕ ਕਰ ਦਿਓ, ਤੁਹਾਨੂੰ ਮੌਤ ਪੈਂਦੀ। ਤੁਸੀਂ ਆਪਣਾ ਬਾਪ ਸਮਝਦੇ ਕਿਉਂ ਨਹੀਂ ਹੋ? ਅਗਰ ਇਹੀ ਗੱਲ ਹੈ ਤੇ ਮੈਨੂੰ ਬੜਾ ਅਫਸੋਸ ਹੈ ਕਿ ਅਸੀਂ ਉਸ ਮੁਕਾਮ ਤੇ ਸ਼ਾਇਦ ਨਹੀਂ ਪਹੁੰਚ ਸਕੇ ਜਿੱਥੇ ਸਾਨੂੰ ਹੋਣਾ ਚਾਹੀਦਾ ਸੀ। ਇਹਦੇ ਤੇ ਪੂਰਾ ਸਬਜੈਕਟ ਹੈ ਜੋ ਤੇ ਮੈਂ ਕੋਈ ਘੰਟਾ ਗੱਲ ਕਰ ਸਕਦਾ ਇਸ ਗੱਲ ਦੇ ਉੱਤੇ, ਲੇਕਿਨ ਮੇਰੇ ਕੁਝ ਹੁੰਦੇ ਚਾਹੇ 2-4 ਮਿੰਟ ਨੇ। ਲੇਕਿਨ ਮੈਂ ਇੰਨਾ ਸਿਰਫ ਕਹਿ ਕੇ ਖਤਮ ਕਰਾਂਗਾ ਕਿ ਤੁਸੀਂ ਖੁਦਾ ਦਾ ਨਾਂ ਜੇ, ਖੁਦਾ ਦਾ ਵਾਸਤਾ ਆਪਣਾ ਸਮਝੋ। ਇਮਰਾਨ ਖਾਨ ਨੂੰ, ਸਾਰੀ ਲੀਡਰਸ਼ਿਪ ਨੂੰ ਕਹਿ ਰਹੇ ਨੂੰ ਆਪਣਾ ਸਮਝੋ, ਆਪਣਾ ਪਿਓ ਸਮਝੋ, ਆਪਣੀ ਮਾਂ ਸਮਝੋ। ਔਰ ਜਿਹੜਾ ਕੋਈ ਬੱਠਾ ਕਹਿੰਦਾ ਨਾ ਮੈਂ ਆਪਣੀਆਂ ਕੁਰਬਾਨੀਆਂ ਦਿੱਤੀਆਂ, ਅਸੀਂ ਸੈਕਰੀਫਾਈਸ ਕੀਤੇ। ਸਰ ਜੀ ਤੁਸੀਂ ਇਕੱਲੇ ਨੇ ਨਹੀਂ ਕੀਤੇ, ਤੁਹਾਡੇ ਲੀਡਰ ਨੇ ਵੀ ਉਹਨੇ ਹੀ ਕੀਤੇ, ਉਸ ਤੋਂ ਵੱਧ ਕੇ ਕੀਤੇ। ਮੈਨੂੰ ਉਹ ਸੀਨ ਨਹੀਂ ਭੁੱਲਦੀ ਜਦੋਂ ਇਮਰਾਨ ਖਾਨ ਦੇ ਘਰ ਤੇ ਹਮਲਾ ਹੋਇਆ ਸੀ ਤੇ ਉਹਦੇ ਹੱਥ ਦੇ ਬੱਚਿਆਂ ਨੇ ਬਣਾਈਆਂ, ਛੋਟੇ ਛੋਟੇ ਜਿਹੇ ਬੱਚੇ ਜਵਾਨ ਹੋ ਗਏ ਨੇ, ਡਰਾਇੰਗਾਂ ਛੋਟੀ ਛੋਟੀਆਂ ਇਦਾਂ ਦੀਆਂ ਬਣਾ ਕੇ ਉਹਨਾਂ ਦੇ ਬੱਚਿਆਂ ਨੇ ਡਰਾਇੰਗ ਬਣਾ ਕੇ ਰੱਖੀਆਂ ਸਨ। ਤੇ ਉਹ ਟੁੱਟੀਆਂ ਪਈਆਂ ਸੀ ਫੋਟੋਆਂ, ਤਸਵੀਰਾਂ ਉਹਦੀਆਂ, ਉਸ ਘਰ ਦੀਆਂ, ਉਹ ਮੈਮਰੀਜ਼। ਇਹ ਇਨਸਾਨ ਦੀ ਜ਼ਿੰਦਗੀ ਦੇ ਨਾਲ ਚੱਲਦੀਆਂ ਨੇ। ਔਰ ਇਮਰਾਨ ਖਾਨ ਦੇ ਲਫ਼ਜ਼ ਮੈਨੂੰ ਸਭ ਤੋਂ ਜ਼ਿਆਦਾ ਤਕਲੀਫ ਉਦੋਂ ਜਦੋਂ ਮੇਰੇ ਬੱਚੇ ਮੇਰੇ ਕੋਲ ਕੋਈ ਸੀ, ਵੱਖਰੇ ਸਨ, ਤੇ ਉਹਦਾ ਨੁਕਸਾਨ ਹੋਇਆ, ਉਹਦਾ ਘਰ ਟੁੱਟ ਗਿਆ। ਫੈਕਟਰੀ ਉਹਦੀ ਕੋਈ ਨਹੀਂ, ਮਿਲ ਉਹਦੀ ਕੋਈ ਨਹੀਂ, ਕਾਰੋਬਾਰ ਉਹਦਾ ਕੋਈ ਨਹੀਂ। ਤੁਸੀਂ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹਨੇ ਸਾਰਾ ਕੁਝ ਉਹਨੇ ਲਟਾਇਆ, ਤੁਸੀਂ ਇਕੱਲੇ ਨਹੀਂ ਅੱਗੇ ਲਟਾਤਾ। ਮੈਂ ਹਮਨੇ ਕੁਰਬਾਨੀਆਂ ਦੀ, ਸਭ ਨੇ ਕੁਰਬਾਨੀ ਦਿੱਤੀਆਂ, ਜਿਹਦੀ ਜਿੰਨੀ ਦੇਣ ਡਿਆ ਕੁਰਬਾਨੀ। ਸੋ ਇਹ ਕਹਿਣਾ ਕਿ ਸਾਨੂੰ ਕੋਈ ਇਹ ਖਿਆਲ ਵੀ ਆ ਜਾਣਾ, ਕਿ ਸਾਡੇ ਦਿਲਾਂ ਦੇ ਵਿੱਚ ਖਿਆਲ ਵੀ ਆ ਜਾਣਾ ਕਿ ਸਾਡੀ ਕਿਆਦਤ ਇਮਰਾਨ ਖਾਨ ਨੂੰ ਸ਼ਾਇਦ ਆਪਣੀ ਉਸ ਤਰ੍ਹਾਂ ਨਹੀਂ ਸਮਝਦੀ ਜਿਸ ਤਰ੍ਹਾਂ ਇਮਰਾਨ ਖਾਨ ਸਮਝਦਾ। ਜੀ ਇਮਰਾਨ ਖਾਨ ਦੇ ਭੈਣ ਭਰਾ ਆਉਣ ਤੇ ਹੁੰਦੇ ਤੇ ਹੋਰ ਪੋਜੀਸ਼ਨ ਹੁੰਦੀ ਹੈ, ਇਮਰਾਨ ਖਾਨ ਦਾ ਪੁੱਤਰ ਹੁੰਦਾ ਤਾਂ ਕੁਝ ਹੋਰ ਕਰਦਾ। ਇਸ ਗੱਲ ਦਾ ਖਿਆਲ ਵੀ ਆ ਜਾਣਾ ਜਿਹੜਾ ਉਹ ਸਾਡੀ ਕਿਆਦਤ ਵਾਸਤੇ ਡੁੰਮਰ ਦਾ ਮਕਾਮ ਹੈ। ਪਾਕਿਸਤਾਨ ਤਹਿਰੀਕ ਇਨਸਾਫ ਦੀ ਕਿਆਦਤ ਵਾਸਤੇ ਡੁੰਮਰ ਦਾ ਮਕਾਮ ਹੈ ਕਿ ਲੋਕੀ ਆਵਾਮ ਇੱਦਾਂ ਸੋਚਣ ਵੀ ਲੱਗ ਜਾਣ। ਇਸ ਲਈ ਐਵੇਂ ਖਾਮ ਖਾਂ ਕਦੀ ਯੂਟਿਊਬਰਾਂ ਤੇ, ਕਦੀ ਟਿਕਟੋਕਰਾਂ ਤੇ, ਕਦੀ ਟਵੀਟਰਾਂ ਦੇ ਤੁਸੀਂ ਮਗਰ ਪੈ ਜਾਂਦੇ ਕਿ ਸੋਸ਼ਲ ਮੀਡੀਆ ਹਮਾਰੇ ਖਿਲਾਫ ਹੋ ਗਿਆ। ਜ਼ਰਾ ਆਪਣੇ ਬਹਿ ਕੇ ਸੋਚਣਾ, ਤੁਸੀਂ ਉਹਨੂੰ ਵਾਕਈ ਆਪਣਾ ਪਿਓ ਸਮਝਿਆ?
ਤੁਸੀਂ ਨੰਗੇ ਪੈਰੀ ਪਹਾੜੀ ਚੜ੍ਹ ਕੇ ਇੱਕ ਬੰਦਾ ਸਾਡਾ, ਯਾਨੀ ਇੱਕ ਚੀਫ ਮਿਨਿਸਟਰ ਨੂੰ ਫੜਿਆ ਜਾਣਾ ਚਾਹੀਦਾ ਸੀ। ਅਗਰ ਉਹ ਫੜਿਆ ਜਾਂਦਾ ਪੋਜੀਸ਼ਨ ਹੋਰ ਹੁੰਦੀ, ਉਹਨੂੰ ਫੜਦੇ ਸਹੀ। ਇੱਕ ਹੀ ਤੁਹਾਡੀ ਹੁਕੂਮਤ, ਤੁਹਾਡੀ ਜਾਇਜ਼ ਹੁਕੂਮਤ ਹੈ, ਕਰੋੜਾਂ ਲੋਕ ਤੁਹਾਡੇ ਨਾਲ ਨੇ, ਫਿਰ ਤੁਸੀਂ ਡਰ ਡਰ ਕੇ ਫਿਰੋ ਤੇ ਫਿਰ ਬਹੁਤ ਮਾੜੀ ਗੱਲ ਆ। ਅੱਛਾ ਜੀ, ਦੂਸਰਾ ਮੈਂ ਸ਼ਹਿਬਾਜ਼ ਗਿੱਲ ਸਾਹਿਬ ਨਾਲ ਦੇ ਬਾਰੇ ਗੱਲ ਕਰਾਂਗਾ। ਅੱਜ ਮੈਂ ਇੱਕ ਵੀਲੌਗ ਜਿਹੜਾ ਅੱਜ ਦਾ ਵੀਲੌਗ ਸੀ ਉਹਦਾ ਮੈਂ ਲਿੰਕ ਵੀ ਲਾਵਾਂਗਾ, ਉਹਨੂੰ ਸਾਰੇ ਦੇਖਿਆ ਜੇ। ਦੋਵੇਂ ਆਫਤਾਬ ਇਕਬਾਲ ਸਾਹਿਬ ਦਾ ਤੇ ਸ਼ਹਿਬਾਜ਼ ਗਿੱਲ ਦਾ ਮੈਂ ਲਿੰਕ ਲਾਵਾਂਗਾ ਥੱਲੇ ਉਹਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ, ਉੱਥੇ ਵੇਖ ਲਿਆ ਜੇ। ਸ਼ਹਿਬਾਜ਼ ਗਿੱਲ ਸਾਹਿਬ ਦਾ ਵੀਲੌਗ ਸੀ, ਕਾਫੀ ਜਿਹਨਾਂ 20-25 ਮਿੰਟ ਜਿੰਨਾ ਉਹ ਕਰਦੇ ਨਾ ਸਾਰਾ ਵੀਲੌਗ ਕੀਤਾ। ਮੈਨੂੰ ਉੱਥੇ ਇਮਰਾਨ ਖਾਨ ਦੀ ਖਬਰ ਨਜ਼ਰ ਨਹੀਂ ਆਈ। ਪਹਿਲੀ ਦਫਾ ਮੈਨੂੰ ਇਮਰਾਨ ਖਾਨ ਦੇ ਬਾਰੇ 'ਚ ਕੋਈ ਖਬਰ ਨਜ਼ਰ ਨਹੀਂ ਆਈ। ਔਰ ਇਹਦਾ ਜ਼ਿਕਰ ਥੋੜੇ ਦਿਨ ਪਹਿਲੇ ਮੋਹਿਤ ਪੀਰਜ਼ਾਦਾ ਨੇ ਆਪਣੇ ਵੀਲੌਗ 'ਚ ਕੀਤਾ ਸੀ ਕਿ ਉੱਥੇ ਸਕੀਮ ਇਵੇਂ ਦੀ ਪੈਦਾ ਬਣਾਈ ਜਾ ਰਹੀ ਹੈ ਕਿ ਇਮਰਾਨ ਖਾਨ ਦੀਆਂ ਗੱਲਾਂ ਘੱਟ ਤੋਂ ਘੱਟ ਹੋਣ, ਇਮਰਾਨ ਖਾਨ ਦੇ ਨਾਲ ਰਾਬਤੇ ਘੱਟ ਤੋਂ ਘੱਟ ਹੋਣ, ਇਮਰਾਨ ਖਾਨ ਦੀਆਂ ਗੱਲਾਂ ਬਾਹਰ ਨਿਕਲਣੀਆਂ ਖਤਮ ਹੋ ਜਾਣ। ਇਹਨੂੰ ਇਹ ਲੱਗ ਰਿਹਾ ਕਿ ਇਹ ਇਸ ਤਰ੍ਹਾਂ ਕਰਕੇ ਇਮਰਾਨ ਖਾਨ ਨੂੰ ਅਸੀਂ ਮੁਕਾ ਲਾਂਗੇ। ਉਸ ਤੋਂ ਬਾਅਦ ਫਿਰ ਨੱਪ ਮਾਰ ਮੂਰ ਕੇ ਸਾਈਡ ਤੇ ਮਾਰਾਂਗੇ, ਕਦੀ ਕਹਿੰਦੇ ਉਹਦੀ ਇੱਥੇ ਇਨਫੈਕਸ਼ਨ, ਕਦੀ ਕਹਿੰਦੇ ਉੱਥੇ ਇਨਫੈਕਸ਼ਨ, ਅਸੀਂ ਕੰਮ ਕਰਾਂਗੇ। ਤੇ ਇਹ ਉਹ ਮੇਰੇ ਦਿਮਾਗ 'ਚ ਗੱਲ ਚੱਲ ਰਹੀ ਸੀ। ਉੱਤੋਂ ਮੈਂ ਦੇਖ ਲਿਆ ਸ਼ਹਿਬਾਜ਼ ਗਿੱਲ ਸਾਹਿਬ ਦਾ, ਤੇ ਸ਼ਹਿਬਾਜ਼ ਗਿੱਲ ਸਾਹਿਬ ਨੂੰ ਮੈਂ ਛੋਟੀ ਜਿਹੀ ਗੱਲ ਕਹਿ ਕੇ ਅੱਗੇ ਤੁਲ ਜਾਵਾਂਗਾ, ਕਿਉਂਕਿ ਅੱਗੇ ਟ੍ਰੇਨ ਦਾ ਹਾਦਸਾ ਹੋ ਚੁੱਕਿਆ ਹੈ, ਟ੍ਰੇਨ ਅਗਵਾਈ ਉਹ ਤੇ ਵੀ ਗੱਲ ਕਰਨੀ ਹੈ। ਸ਼ਹਿਬਾਜ਼ ਗਿੱਲ ਸਾਹਿਬ, ਤੁਹਾਡਾ ਪਹਿਲੀ ਜੌਬ ਇਮਰਾਨ ਖਾਨ, ਤੁਸੀਂ ਚੀਫ ਆਫ ਸਟਾਫ, ਆਈ ਐਡਮਾਇਰ ਯੂ, ਮੈਨੂੰ ਤੁਸੀਂ ਬਹੁਤ ਪਸੰਦ ਹੋ, ਤੁਹਾਡੇ ਨਾਲ ਮੁਲਾਕਾਤ ਵੀ ਹੈ, ਤੇ ਆਈ ਲਾਈਕ ਦਾ ਵੇ ਯੂ ਪ੍ਰੈਜ਼ੈਂਟ ਯੋਰਸੈਲਫ। ਤੁਸੀਂ ਜਿੱਦਾਂ ਆਪਣੇ ਆਪ ਨੂੰ ਲੋਕਾਂ ਦੇ ਅੱਗੇ ਰੱਖਦੇ, ਗੱਲਬਾਤ ਕਰਦੇ, ਆਈ ਜਸਟ ਲਵ ਇਟ, ਮੈਨੂੰ ਬਹੁਤ ਪਸੰਦ ਹੈ। ਤੁਹਾਡਾ ਪਹਿਲਾ ਕੰਮ ਇਮਰਾਨ ਖਾਨ, ਤੁਹਾਡਾ ਦੂਜਾ ਕੰਮ ਇਮਰਾਨ ਖਾਨ, ਤੁਹਾਡਾ ਤੀਜਾ ਕੰਮ ਵੀ ਇਮਰਾਨ ਖਾਨ, ਤੁਹਾਡਾ ਚੌਥਾ, ਪੰਜਵਾਂ, ਛੇਵਾਂ ਕੰਮ ਤੇ ਹੋ ਸਕਦਾ ਵੀਲੌਗ, ਲੇਕਿਨ ਵੀਲੌਗ ਵੀ ਇਮਰਾਨ ਖਾਨ ਤੋਂ ਬਗੈਰ ਨਹੀਂ ਸਰ, ਇਮਰਾਨ ਖਾਨ ਤੋਂ ਬਗੈਰ ਨਹੀਂ। ਉਹ ਖਬਰ ਕਿੱਥੋਂ ਕੱਢਣੀ ਹੈ, ਕਿਹਨੇ ਕੱਢਣੀ ਹੈ, ਤੁਹਾਨੂੰ ਪਤਾ। ਮੈਂ ਨਾ ਕਦੀ ਇਮਰਾਨ ਖਾਨ ਦੇ ਕੋਲ ਗਿਆ, ਨਾ ਮੈਨੂੰ ਮਿਲਿਆ, ਨਾ ਮੈਂ ਚੀਫ ਆਫ ਸਟਾਫ, ਨਾ ਮੈਂ ਵਜ਼ੀਰ ਆਜ਼ਮ ਦੇ ਘਰ ਗਿਆ, ਨਾ ਮੈਂ ਕੁਝ ਪਰਾਡੋਂ ਦੇ ਝੂਟੇ ਲਏ, ਨਾ ਮੇਰੇ ਅੱਗੇ ਪਿੱਛੇ ਕੋਈ ਹੂਟਰ ਸੁਣ, ਮੈਂ ਕੁਝ ਵੀ ਨਹੀਂ ਸੀ। ਤੁਸੀਂ ਸਰ ਇਸ ਚੀਜ਼ ਤੇ ਜ਼ਰਾ ਮੇਰਾ ਵੀਰ ਧਿਆਨ ਕਰੀ ਕਿ ਇਹਦਾ ਨਾ ਵਿੱਚੋਂ ਇੱਕਦਮ ਤੋਂ ਗਾਇਬ ਕਰ ਦਿੱਤਾ, ਸਾਰਾ ਇਮਰਾਨ ਖਾਨ ਹੀ ਗਾਇਬ ਕਰਤਾ, ਕਹਿਤਾ ਜੀ ਖਬਰ ਹੀ ਕੋਈ ਨਹੀਂ ਇਮਰਾਨ ਖਾਨ ਦੀ। ਤੇ ਉਹ ਕਹਿ ਸਕਦਾ ਹੈ ਜਿਹੜਾ ਬੰਦਾ ਵੀਲੌਗਰ ਹੋਵੇ ਮੇਰੇ ਵਰਗਾ ਮਾੜਾ ਜਿਹਾ, ਜਿਹਨੇ ਖਬਰਾਂ ਦੇਣ ਦਾ ਕੰਮ ਫੜਿਆ ਹੋਵੇ। ਤੁਹਾਡਾ ਕੰਮ ਖਬਰਾਂ ਦੇਣਾ ਨਹੀਂ ਸੀ, ਤੁਸੀਂ ਕਿੱਥੇ ਵੀਲੌਗ ਕਰਨੀ ਹੈ ਭੈਣ। ਤੁਸੀਂ ਇਹਨੂੰ ਜ਼ਰਾ ਸੋਚਿਆ ਜੇ ਤੇ ਬਹਿ ਗਏ ਕਿ ਇਮਰਾਨ ਖਾਨ ਕਿਉਂ ਗਾਇਬ ਹੋ ਗਿਆ ਤੁਹਾਡੀ ਖਬਰ ਦੇ ਵਿੱਚੋਂ, ਪੂਰੇ ਵੀਲੌਗ ਦੇ ਵਿੱਚ ਇਮਰਾਨ ਖਾਨ ਦੀ ਕੋਈ ਨਿਊਜ਼ ਹੀ ਨਹੀਂ। ਤੁਸੀਂ ਇੰਨਾ ਹੀ ਕਹਿ ਦਿੰਦੇ ਕਿ ਇਮਰਾਨ ਖਾਨ ਨੂੰ ਮਿਲਣ ਨਹੀਂ ਦਿੰਦੇ ਪਏ, ਤੇ ਉਹ ਵੀ ਖਬਰ ਬਣ ਜਾਣੀ ਸੀ। ਬਹਰਹਾਲ ਤੁਹਾਡੀ ਮਰਜ਼ੀ। ਮੈਨੂੰ ਇਸ ਵਾਸਤੇ ਧਿਆਨ ਮੇਰਾ ਇਸ ਵਾਸਤੇ ਗਿਆ ਕਿਉਂਕਿ ਮੋਹਿਤ ਪੀਰਜ਼ਾਦਾ ਇੱਕ ਦਿਨ ਪਹਿਲੇ ਗੱਲ ਕਰ ਸਕੇ ਇਸ ਕਿਸਮ ਦੀ ਪਲੈਨਿੰਗ ਹੋ ਰਹੀ ਹੈ। ਅੱਛਾ ਜੀ, ਟ੍ਰੇਨ ਪੂਰੀ ਦੀ ਪੂਰੀ ਅਗਵਾ ਹੋ ਗਈ ਸਰ, ਟ੍ਰੇਨ ਹੀ ਤੁਸੀਂ ਲਾ ਲਓ ਪੂਰੀ ਦੀ ਪੂਰੀ ਟ੍ਰੇਨ ਅਗਵਾ ਹੋ ਗਈ। ਤੇ ਜਿਵੇਂ ਵੈਸਟਰਨ ਮੂਵੀਜ਼ ਹੁੰਦੀਆਂ ਪਹਿਲੇ ਪੁਰਾਣੇ ਜ਼ਮਾਨੇ ਦੀਆਂ ਅੰਗਰੇਜ਼ਾਂ ਦੀ ਫਿਲਮਾਂ, ਜਿੱਦਾਂ ਘੋੜੇ ਤੇ ਉਹ ਲੜਨ ਪੜਨ, ਵੈਸਟਰਨ ਮੂਵੀਜ਼ ਉਹਨਾਂ ਨੂੰ ਕਹਿੰਦੇ ਸਨ। ਉਹਨਾਂ ਦੇ ਉਹ ਇਲਾਕਾ ਖੈਰ, ਉਹਨਾਂ ਦਾ ਇਲਾਕਾ ਖੈਰ ਹੁੰਦਾ ਸੀ। ਉੱਥੇ ਜਨਾਬ ਉਹ ਆਉਂਦੇ ਸਨ ਟ੍ਰੇਨਾਂ ਤੋਂ, ਪੂਰੀ ਦੀ ਪੂਰੀ ਟ੍ਰੇਨ ਉਹਨਾਂ ਨੇ ਅਗਵਾ ਕੀਤੀ। ਉਹ ਪਹਾੜਾਂ ਚੋਂ ਬੰਦਿਆਂ ਨੂੰ ਲੈ ਕੇ ਤੇ ਪੈਦਲ ਨਿਕਲ ਗਏ, ਬੰਦਿਆਂ ਨੂੰ ਵੀ ਪੈਦਲ ਲੈ ਕੇ ਨਿਕਲ ਗਏ, ਟ੍ਰੇਨ ਵੀ ਅਗਵਾ ਹੋ ਗਈ। ਤੇ ਪੁਲਿਸ ਨੇ ਇੱਕਦਮ ਖਿਆਲ ਆਇਆ, ਯਾਰ ਇਹ ਕੌਣ ਲੈ ਕੇ ਬੰਦੇ, ਉਹ ਸਿੱਧੇ ਅਬਦੁਲ ਬਾਜ਼ ਜ਼ਈ ਦੇ ਘਰ ਚਲੇ ਗਏ। ਅਬਦੁਲ ਬਾਜ਼ ਜ਼ਈ MNA, ਜਿਹਦਾ ਨੇ ਪਹਿਲੇ ਹਲਫਨਾਮਾ ਜਾਲੀ ਜਮ੍ਹਾਂ ਕਰਾਤਾ ਸੀ ਕਿ ਜੀ PTI ਮੁਸਲਿਮ ਲੀਗ ਦਾ ਹੋ ਗਿਆ। ਅੱਛਾ, ਉਹਦਾ ਉਸ ਕੇਸ ਦਾ ਵੀ ਕੁਝ ਨਹੀਂ ਬਣਿਆ। ਨਵਾਜ਼ ਸ਼ਰੀਫ ਸ਼ਹਿਬਾਜ਼ ਨੇ ਜਾਲੀ ਵਕਾਲਤਨਾਮਾ ਜਮ੍ਹਾਂ ਕਰਾਤਾ ਸੀ ਉਹਦਾ, ਹਲਫਨਾਮਾ, ਉੱਤੇ ਵੀ ਕੁਝ ਨਹੀਂ ਬਣਿਆ। ਹਾਲਾਂਕਿ ਉੱਤੇ ਇਹ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਆ ਉੱਤੇ ਬੇਦਖਲ ਹੁੰਦਾ, ਉੱਤੇ ਵਜ਼ਾਰਤ ਉਜ਼ਮਾ ਜਾਂਦੀ ਇਹਦੀ, ਵਜ਼ੀਰ ਆਜ਼ਮ ਇਹਦੀ ਮੁੱਖ ਦਾ ਜਿਹੜਾ ਨਾ ਉਹਦਾ ਮੁੱਖ ਬਗੀਆ ਹੋ ਜਾਂਦਾ ਜੀ ਵਜ਼ਾਰਤ ਉਜ਼ਮਾ ਦਾ, ਉਹਦਾ ਵੀ ਕੁਝ ਨਹੀਂ ਬਣਿਆ। ਉਹ ਜਨਾਬ ਉੱਥੇ ਤਾਂ ਅਬਦੁਲ ਬਾਜ਼ ਜ਼ਈ ਦੇ ਘਰ ਚਲੇ ਗਏ ਨੇ, ਉੱਥੇ ਲੱਭਣ ਡਏ ਨੇ ਬੰਦੇ। ਯਾਨੀ ਤੁਸੀਂ ਅੰਦਾਜ਼ਾ ਕਰੋ ਕਿ ਬਗੈਰਤੀ ਔਰ ਲੈਵਲ ਔਰ ਕਨਸੈਂਟਰੇਸ਼ਨ ਦਿਮਾਗ ਦਾ, ਤੁਸੀਂ ਅੰਦਾਜ਼ਾ ਕਰ ਲਓ ਯਾਰ ਇਹਨਾਂ ਲੋਕਾਂ ਦਾ। ਯਾਨੀ ਤੁਹਾਡੇ ਮੁਲਕ ਦੇ ਵਿੱਚ ਐਡਾ ਵੱਡਾ ਹਾਦਸਾ ਹੋ ਰਿਹਾ, ਐਡਾ ਵੱਡਾ ਕੰਮ ਹੋ ਰਿਹਾ, ਬੰਦੇ ਤੁਹਾਡੇ ਚੁੱਕ ਕੇ ਲਈ ਜਾਂਦੇ, ਤੁਸੀਂ ਕਿਉਂ ਚਲੇ ਗਏ ਅਬਦੁਲ ਬਾਜ਼ ਜ਼ਈ ਦੇ ਘਰ? ਉੱਥੇ ਕੀ ਲੈਣ ਗਏ ਸੋ? ਉੱਥੇ ਟ੍ਰੇਨ ਦੇ ਬੰਦੇ ਲੱਭਣ ਗਏ ਸੋ। ਯਾਨੀ ਹੁਣ ਜਿਹੜਾ ਨਾ, ਮੈਂ ਤੁਹਾਨੂੰ ਇੱਕ ਗੱਲ ਹਕੀਕਤ ਦੱਸ ਰਿਹਾ, ਇਹ 'ਚ ਕੋਈ ਮਜ਼ਾਕ ਮਜ਼ੂਕ ਨਹੀਂ ਹੈਗਾ। ਇਹਨੂੰ ਜਸਟ ਪਲੀਜ਼, ਇਹਨੂੰ ਜਿਹੜਾ ਕੋਈ ਬੰਦਾ ਸੁਣਦਾ ਪਿਆ ਨਾ ਪੰਜਾਬੀਓ, ਇਹ ਜਿਹੜੇ ਬੰਦੇ ਮੇਰੇ ਸੁਣਦੇ ਪਏ ਨੇ ਪੰਜਾਬੀ ਤੋਂ ਇਲਾਵਾ ਜਿਹੜੇ ਬੰਦੇ ਸੁਣਦੇ ਪਏ ਨੇ, ਇਹ ਜਾ ਕੇ ਭਾਈਆਂ ਕਿਸੇ ਨੂੰ ਦੱਸੋ, ਉਹਨੂੰ ਕੋਈ ਸਮਾਰਟਫੋਨ ਲੈ ਦਿਓ, ਉਹਨੂੰ ਕੋਈ ਟੇਪਾਂ ਲੈ ਕੇ ਦਿਓ, ਉਹਨੂੰ ਕੋਈ ਆਸਮ ਮੁਨੀਰ ਨੂੰ, ਸ਼ਹਿਬਾਜ਼ ਸ਼ਰੀਫ ਨੂੰ ਲੈ ਕੇ ਦੱਸੋ ਕਿ ਤੁਹਾਡੇ ਮੁਲਕ 'ਚ ਅੱਗ ਲੱਗ ਰਹੀ ਹੈ, ਤੁਹਾਡੇ ਮੂੰਹ 'ਚ ਹੁਣ ਮੁਲਕ 'ਚ ਹੁਣ ਸੁਸਾਈਡਲ ਬੰਬਰ ਪੈਦਾ ਹੋਣੇ ਸ਼ੁਰੂ ਹੋ ਜਾਣੇ ਨੇ। ਜਿਹੜੀ ਹਨੇਰ ਨਗਰੀ ਤੁਸੀਂ ਪਾਤੀ ਆ, ਜਿਹੜੀ ਪਾ ਲਈ ਹੈ, ਤੇ ਇਹ ਮੈਨੂੰ ਤੇ ਲੱਗਦਾ ਭਾਵੇਂ BLA ਵੀ ਇਹਨਾਂ ਦਾ ਰਲੀ ਹੋਵੇ ਕਿ ਚਲੋ ਜੀ ਇਮਰਾਨ ਖਾਨ ਦਾ ਨਾਮ ਨਹੀਂ ਹੋਏਗਾ। ਇਹ ਵੀ ਖਿਆਲ ਆਉਂਦਾ ਸੀ ਇਹਦੇ ਵਿੱਚ, ਇਮਰਾਨ ਖਾਨ ਦਾ ਨਹੀਂ ਖਿਆਲ ਹੋਏਗਾ। ਕੋਈ ਆਪ ਕਹਿੰਦੇ ਨੇ ਹਮਾਰੀ ਮਰਜ਼ੀ ਕੇ ਬਗੈਰ ਇੱਕ ਪਤਾ ਨਹੀਂ ਹਿਲ ਸਕਦਾ। ਕੀ ਉਹਦਾ ਨਾਂ ਹੈ, ਨਦੀਮ ਅੰਜਮ, ਉਹ ਪਿਛਲਾ ਹੈ ਸੀ ਹੈਡ ਚੀਫ ਸੀ ISI ਦਾ, ਉਹ ਕਹਿ ਕੇ ਗਿਆ ਕਿ ਜੀ ਸਾਡੀ ਮਰਜ਼ੀ ਤੋਂ ਬਗੈਰ ਤੇ ਪਤਾ ਨਹੀਂ ਹਿਲਦਾ, ਜੀ ਤੁਹਾਡੀ ਮਰਜ਼ੀ ਤੋਂ ਪਤਾ ਨਹੀਂ ਹਿਲਦਾ। ਤੇ ਫਿਰ ਇਹ ਬੰਦੇ ਵੀ ਤੁਸੀਂ ਅਗਵਾ ਕਰਾਏ ਟ੍ਰੇਨ ਵਾਲੇ, ਤੇ ਇਹ ਜਿਹੜੇ ਅਬਦੁਲ ਬਾਜ਼ ਜ਼ਈ ਦੇ ਘਰ ਗਏ, ਇਹ ਵੀ ਤੁਸੀਂ ਕਰਾਏ ਆ। ਜੋ ਪਾਕਿਸਤਾਨ ਜੋ ਜੱਜ ਜੋ ਨਾਇਨਸਾਫੀਆਂ ਕਰ ਰਹੇ ਆ, ਉਹ ਵੀ ਤੁਸੀਂ ਕਰਾ ਰਹੇ ਹੋ।
ਸਾਡੀ ਮਹਿੰਗਾਈ ਉੱਤੇ ਨੂੰ ਜਾ ਰਹੀ ਵੀ ਤੁਸੀਂ ਕਰਾ ਰਹੇ ਹੋ, ਜੀ ਮਹਿੰਗਾਈ ਥੱਲੇ ਨੂੰ ਆ ਰਹੀ ਉਹ ਵੀ ਤੁਹਾਡੀ ਇਜਾਜ਼ਤ ਬਗੈਰ ਨਹੀਂ ਆ ਰਹੀ, ਤੇ ਉੱਪਰ ਜਾ ਰਹੀ ਤੁਹਾਡੀ ਮਰਜ਼ੀ ਤੋਂ ਬਗੈਰ ਨਹੀਂ ਜਾ ਰਹੀ। ਜਰਨੈਲ ਰੱਖ ਲੈ ਤੁਹਾਡੀ ਮਰਜ਼ੀ ਨਾਲ ਸਾਰਾ ਕੁਝ ਹੋ ਰਿਹਾ, ਤੇ ਇਹਦਾ ਕੰਜਰਖਾਨਾ ਜਿਹੜਾ ਸ਼ੁਰੂ ਕੀਤਾ ਦਾ, ਕੁੱਤਖਾਨਾ ਜਿਹੜਾ ਉਸ ਮੁਲਕ ਦੇ ਵਿੱਚ ਲੱਗ ਗਿਆ ਦਾ, ਨਾ ਇਨਸਾਫੀ ਔਰ ਲਾ ਕਾਨੂੰਨੀਅਤ ਦਾ, ਇਹਦਾ ਅੰਜਾਮ ਚੰਗਾ ਨਹੀਂ ਹੋਣਾ, ਇਹਦਾ ਅੰਜਾਮ ਚੰਗਾ ਨਹੀਂ ਜੀ ਹੋਣਾ। ਇਹ ਮੁਲਕ ਟੁੱਟ ਜਾਣਾ। ਇਸ ਮੁਲਕ ਦੇ ਵਿੱਚੋਂ ਤਾਂ ਲੋਕੀ 4-5 ਮਿੰਟ ਲੱਗਦਾ ਕਿ 15-16 ਨਿਕਲ ਆਉਣੇ ਨੇ, ਇਹਨੇ ਨਿੱਕੇ ਨਿੱਕੇ 15-16 ਵਿੱਚ ਤੁਸੀਂ ਕੱਢ ਲੈਣੇ, ਕਿਉਂਕਿ ਉੱਥੇ ਜਰਨੈਲ ਵੀ ਲੜ ਸਕਦੇ ਨੇ। ਉਹ ਕਹਿੰਦੇ ਜੀ ਇਹ ਮੇਰਾ ਗੁਜਰਨ ਵਾਲਾ ਮੇਰਾ ਮੁਲਕ ਬਣ ਜਾਏਗਾ, ਤੇ ਸ਼ਾਹਕੋਟ ਫਲਾਣੇ ਦਾ ਮੁਲਕ ਬਣ ਜਾਏਗਾ, ਤੇ ਫਲਾਣਾ ਤੁਸੀਂ ਇਸ ਤਰ੍ਹਾਂ ਵੀ ਕਰ ਲੈਣਾ। ਸੋ ਪਲੀਜ਼ ਇਹਨੂੰ ਇਹ ਗੌਰ ਕਰੋ, ਜਿਹੜੇ ਕੰਮ ਕਰਨ ਵਾਲੇ ਉਹ ਕੰਮ ਕਰਨ ਵਾਲੇ ਕਰੋ। ਤੇ ਤੁਸੀਂ ਪੰਜਾਬੀਓ ਸਾਰੇ ਆਪਣਾ ਇਸ ਬਾਤ ਤੇ ਗੌਰ ਕਰੋ ਕਿ ਇਮਰਾਨ ਖਾਨ ਨੂੰ ਓਨ ਕਰਨਾ। ਇਹਨਾਂ ਟ੍ਰੇਨਾਂ ਦੇ ਚੱਕਰਾਂ ਦੇ ਵਿੱਚ ਕਿ ਟ੍ਰੇਨ ਇੱਧਰ ਚਲੀ ਗਈ, ਟ੍ਰੇਨ ਉੱਧਰ ਚਲੀ ਗਈ, ਬੰਦੇ 5 ਉੱਧਰ ਭੱਜ ਗਏ, ਅਸੀਂ ਇਮਰਾਨ ਖਾਨ ਨੂੰ ਨਹੀਂ ਭੁੱਲ ਸਕਦੇ। ਇਮਰਾਨ ਖਾਨ ਹੀ ਸਾਡੇ ਪਾਕਿਸਤਾਨ ਦੇ ਮਸਲਿਆਂ ਦਾ ਹੱਲ ਹੈ, ਮਹਿੰਗਾਈ ਦਾ ਵੀ ਉਹੀ ਹੱਲ ਹੈ, ਅਮਨ ਸਕੂਨ ਦਾ ਵੀ ਉਹੀ ਹੱਲ ਹੈ, ਪਾਕਿਸਤਾਨ ਦੇ ਆਵਾਮ ਦੇ ਸੁੱਖ ਚੈਨ ਦਾ ਵੀ ਉਹੀ ਹੱਲ ਹੈ। ਹੋਰ ਇਸ ਤੋਂ ਇਲਾਵਾ ਹੱਲ ਹੈ ਕੋਈ ਨਹੀਂ ਪਾਕਿਸਤਾਨ ਦੇ ਵਿੱਚ। ਇਸ ਲਈ ਸਿਰਫ ਇਮਰਾਨ ਖਾਨ ਤੇ ਕੰਸਨਟਰੇਸ਼ਨ ਕਰੋ ਤੇ ਆਪਣਾ ਬਹੁਤ ਖਿਆਲ ਰੱਖਿਆ ਜੇ। ਅੱਲਾ ਹਾਫਿਜ਼।